ਕਿਰਪਾ ਦੇ ਖਜ਼ਾਨੇ ਬਾਣੀ ਗੁਰੂ ਸ਼ਬਦ ਗੁਰੂ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਅੱਜ ਦੇ ਵਿਸ਼ੇਸ਼ ਸਮਾਗਮ ਵਿੱਚ ਗੁਰਦੁਆਰਾ ਸ਼ਹੀਦਾਂ ਨਗਰ ਤਲਣ ਵਿਖੇ ਸੱਚਖੰਡ ਵਾਸੀ ਮਹਾਂਪੁਰਖ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ ਤਥਾ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਬੜੇ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਜੁੜ ਬੈਠੇ ਹਾਂ। ਬੜੇ ਲੰਮੇ ਸਮੇਂ ਤੋਂ ਅੱਜ ਦਾ ਇਹ ਵਿਸ਼ੇਸ਼ ਗੁਰਮਤਿ ਸਮਾਗਮ ਚੱਲ ਰਿਹਾ ਹੈ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਹਾਜ਼ਰ ਹਜ਼ੂਰੀ ਅੰਦਰ ਬੈਠ ਕਰਕੇ ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ, ਗੁਰੂ ਕੇ ਵਿਚਾਰਵਾਨ ਵਿਦਵਾਨਾਂ ਦੇ ਪਾਸੋਂ ਕਥਾ ਵਾਰਤਾ, ਹਰ ਕੀਆਂ ਕਥਾ ਕਹਾਣੀਆਂ ਸਰਵਣ ਕਰਕੇ ਆਨੰਦ ਮਾਣਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਆਪ ਜੀ ਹੁਣੇ ਸਰਵਣ ਕਰ ਰਹੇ ਸੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਜਾਚਕ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਸਤਿਗੁਰਾਂ ਦੀ ਬਾਣੀ ਦਾ ਮਨੋਹਰ ਕੀਰਤਨ ਭਲੋ ਭਲੋ ਰੇ ਕੀਰਤਨੀਆਂ। ਗੁਰੂ ਕੀ ਬਾਣੀ ਦਾ ਕੀਰਤਨ ਕਰਨ ਵਾਲੇ ਭਲੇ ਹਨ, ਧੰਤਾ ਦੇ ਯੋਗ ਹਨ। ਔਰ ਮਹਾਂਪੁਰਖਾਂ ਦੀ ਮਿੱਠੀ ਨਿੱਘੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ। ਉਹ ਮਹਾਂਪੁਰਖ ਜਿਨ੍ਹਾਂ ਨੇ ਆਪਣੀ ਹਯਾਤੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਠਨ ਤਪੱਸਿਆ ਸਾਧੀ, ਆਪ ਆਪਣੇ ਹੱਥੀਂ ਸੇਵਾਵਾਂ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਸਤਿਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦਾ ਉਪਦੇਸ਼ ਬਖਸ਼ਿਸ਼ ਕੀਤਾ। 3 ਸੁਨਹਿਰੀ ਅਸੂਲ ਗੁਰੂ ਘਰ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਤਿੰਨੇ ਹੀ ਅਸੂਲਾਂ ਦੇ ਉੱਤੇ ਇਹ ਦੋਵੇਂ ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਕੇ ਸਾਡੇ ਵਾਸਤੇ ਇਹ ਰੋਲ ਮਾਡਲ ਬਣੇ ਆ, ਆਦਰਸ਼ ਬਣੇ ਹਨ। ਸੰਤ ਬਾਬਾ ਨਿਹਾਲ ਸਿੰਘ ਜੀ ਦਾ ਜੀਵਨ ਜਾਂ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜੀਵਨ, ਇਹਦੇ ਬਾਬਤ ਕੁਛ ਬਹੁਤਾ ਕਿਹਾ ਜਾਵੇ ਤਾਂ ਕੋਈ ਠੋਸ ਜਾਣਕਾਰੀ ਨਾ ਤਾਂ ਕਿਸੇ ਲੇਖਕ ਦੇ ਕੋਲ ਹੈ, ਨਾ ਮੈਨੂੰ ਕਿਸੇ ਪ੍ਰਬੰਧਕ ਦੇ ਕੋਲੋਂ ਮਿਲੀ ਹੈ। ਹਾਂ, ਸੰਗਤਾਂ ਕੋਲੋਂ ਕੁਝ ਕੁ ਦੰਦ ਕਥਾਵਾਂ ਅਤੇ ਇੱਕ ਛੋਟਾ ਜਿਹਾ ਜਿਹੜਾ ਕਿਤਾਬਚਾ, ਛੋਟੀ ਜਿਹੀ ਕਿਤਾਬ ਛਪੀ ਹੋਈ ਹੈ 3 ਭਾਸ਼ਾਵਾਂ ਦੇ ਵਿੱਚ, ਉਹਦੇ ਵਿੱਚੋਂ ਮੈਂ ਥੋੜ੍ਹਾ ਜਿਹਾ ਮਹਾਂਪੁਰਖਾਂ ਦੀ ਜਨਮ ਤਰੀਕ ਅਤੇ ਉਹਨਾਂ ਦਾ ਚੋਲਾ ਛੱਡਣ ਦਾ ਜਿਹੜਾ ਦਿਨ ਹੈ, ਤਰੀਕ ਹੈ, ਉਹ ਨੋਟ ਕੀਤੀ। ਸੰਤ ਬਾਬਾ ਨਿਹਾਲ ਸਿੰਘ ਜੀ ਔਰ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੀ ਬਾਬਤ ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਆਓ ਆਪਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਰਸਨਾ ਦੀ ਸਫਲਤਾ ਅਰਥੇ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਜਿੰਨੇ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋ, ਇਕਾਗਰਤਾ ਬਣਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਸੀਸ ਝੁਕਾਉਂਦਿਆਂ ਗੁਰੂ ਕੀ ਆਗਿਆ ਦਾ ਪਾਲਣ ਕਰਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ, ਆਤਮ ਰਸ ਜਿਹ ਜਾਣਿਆ ਹਰ ਰੰਗ ਸਹਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਰਸ ਨੂੰ ਗੁਰੂ ਦੀ ਬਾਣੀ ਦੁਆਰਾ ਮਾਣ ਲਿਆ ਹੈ, ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪੇ ਨੂੰ ਜਾਣਨ ਦਾ ਜਿਨ੍ਹਾਂ ਨੇ ਰਸ ਮਾਣਿਆ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਤਦਾਕਾਰ ਹੋ ਗਏ, ਰਤੇ ਗਏ, ਉਹਨਾਂ ਦਾ ਇਹ ਸੰਸਾਰ ਦੇ ਉੱਤੇ ਆਉਣਾ ਵੀ ਧਨ ਹੈ
ਰਹਿਣਾ ਵੀ ਧਨ ਹੈ ਤੇ ਇਸ ਸੰਸਾਰ ਤੋਂ ਜਾਣਾ ਵੀ ਧਨ ਹੈ। ਇਸ ਕਰਕੇ ਸਤਿਗੁਰੂ ਜੀ ਨੇ 3 ਵਾਰ ਧਨ 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 ਜਨ ਸ਼ਬਦ ਵਰਤਿਆ। ਉਹਨਾਂ ਦਾ ਆਉਣਾ ਵੀ ਧਨ, ਜਨਮ ਲੈਣਾ ਵੀ, ਸੰਸਾਰ ਵਿੱਚ ਵਿਚਰ ਕੇ ਸੇਵਾਵਾਂ ਕਰਨੀਆਂ, ਸੰਗਤਾਂ ਨੂੰ ਪ੍ਰੇਰਨਾ ਕਰਨੀ, ਉਪਦੇਸ਼ ਕਰਨਾ, ਉਹ ਵੀ ਧਨਤਾ ਦੇ ਯੋਗ ਹੈ। ਔਰ ਜਦੋਂ ਸੰਸਾਰ ਤੋਂ ਚਲੇ ਜਾਂਦੇ ਆ ਉਹ ਵੀ ਧਨਤਾ ਦੇ ਯੋਗ ਹੁੰਦਾ ਹੈ। ਕਿਉਂਕਿ ਦੁਨੀਆ ਆਪਾਂ ਸਾਰੀ ਇਸ ਸੰਸਾਰ 'ਤੇ ਆਏ ਆ ਤੇ ਸਾਰਿਆਂ ਨੇ ਚਲੇ ਵੀ ਜਾਣਾ ਹੈ। ਬਹੁਤ ਦੁਨੀਆ ਆਈ, ਇੰਨੀ ਲੋਈ ਨਹੀਂ ਦੇਖਿਆ, ਕੀਤੀ ਚੱਲ ਗਈ। ਫਰੀਦਾ ਕਿੱਥੇ ਤੈਡੇ ਮਾਪਿਆ ਜਿੰਨੀ ਤੂੰ ਜਣੇ ਉਹੇ, ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੋ। ਉਹ ਚਲੇ ਗਏ, ਬਾਕੀਆਂ ਨੇ ਵੀ ਚਲੇ ਜਾਣਾ ਹੈ। ਪਰ ਸਾਡੇ ਚਲੇ ਜਾਣ ਤੋਂ ਬਾਅਦ, ਆਮ ਮਨੁੱਖ ਦੇ ਚਲੇ ਜਾਣ ਤੋਂ ਬਾਅਦ ਕਦੇ ਗੁਰੂ ਘਰਾਂ ਦੇ ਵਿੱਚ ਇੱਦਾਂ ਦੀਵਾਨ ਨਹੀਂ ਸਜਦੇ ਹੁੰਦੇ ਹਰ ਵਾਰੀ। ਇਹ ਉਹਨਾਂ ਮਹਾਂਪੁਰਖਾਂ ਦੀ ਕਰਨੀ ਕਮਾਈ ਦਾ ਕਰਕੇ ਹੈ। ਇਸ ਕਰਕੇ ਉਹਨਾਂ ਦਾ ਜਾਣਾ ਵੀ ਸਫਲਾ ਹੁੰਦਾ। ਤਿੰਨੇ ਕਾਲਾਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਰਹਿਣਾ ਸਫਲਾ ਹੈ। ਸੋ ਸਤਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕੋਈ ਵੱਡਿਆਂ ਭਾਗਾਂ ਵਾਲਾ ਇਸ ਧਰਮ ਦੇ ਰਸਤੇ ਦੇ ਉੱਤੇ ਚੱਲਦਾ ਹੈ। ਕਿਉਂਕਿ ਧਰਮ ਦਾ ਰਸਤਾ ਨਾ ਜਿਹੜਾ ਗੁਰਮੁਖੋ, ਧਰਮ ਕਮਾਉਣ ਨਾਲ ਹੁੰਦਾ ਕੀ ਹੈ, ਮਿਲਦਾ ਕੀ ਹੈ। ਆਮ ਅੱਜ ਬਹੁਤ ਸਾਰੇ ਸਵਾਲ ਸਾਡੇ ਮਨਾਂ ਵਿੱਚ ਇਹ ਪੈਦਾ ਹੁੰਦੇ ਆ ਕਿਉਂਕਿ ਅਸੀਂ ਤਰਕਵਾਦੀ ਬਹੁਤੇ ਹੋ ਗਏ ਆ, ਸ਼ਰਧਾਵਾਨ ਘੱਟ ਹੈ। ਆਪਾਂ ਪੁੱਛਦੇ ਆ ਜੀ ਧਰਮ ਕਮਾਉਣ ਨਾਲ, ਧਰਮ ਨੂੰ ਧਾਰਨ ਕਰਨ ਨਾਲ ਮਿਲੇਗਾ ਕੀ? ਤੋ ਵਿਦਾਂਤ ਦਾ ਇੱਕ ਛੋਟਾ ਗ੍ਰੰਥ ਹੈ, ਕਥਾ ਸਿੱਖਣ ਵੇਲੇ ਸ਼ੁਰੂਆਤ ਦੇ ਵਿੱਚ ਸਾਰ ਕਿਤਾਵਲੀ ਪੜ੍ਹਾਈ ਜਾਂਦੀ ਹੈ ਸੰਪਰਦਾਵਾਂ ਵਿੱਚ। ਉਹਦੇ ਵਿੱਚ ਪੰਡਤ ਗੁਲਾਬ ਸਿੰਘ ਜੀ ਲਿਖਦੇ ਆ ਵੀ ਧਰਮ ਨੂੰ ਧਾਰਨ ਕਰਨ ਨਾਲ ਹੁੰਦਾ ਕੀ ਹੈ। ਉਹ ਕਹਿੰਦੇ ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੈ ਜੇ ਕੋਏ, ਸੁਖੀ ਕਰੈ ਤਬ ਸੁਖ ਵਢੈ, ਦੁਖੀ ਕਰੈ ਦੁੱਖ ਖੋਏ। ਸੁਖੀ ਬੰਦਾ ਧਰਮ ਨੂੰ ਧਾਰਨ ਕਰਦਾ, ਉਹਦੇ ਸੁੱਖਾਂ ਦੀ ਵਡੋਤਰੀ ਹੋ ਜਾਂਦੀ ਹੈ, ਸੁੱਖਾਂ ਵਿੱਚ ਵਾਧਾ ਹੁੰਦਾ ਹੈ। ਤੇ ਜੇ ਦੁਖੀ ਧਾਰਨ ਕਰਦਾ ਉਹਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਧਰਮ ਨੂੰ ਧਾਰਨ ਕਰਨ ਦਾ ਫਾਇਦਾ ਹੈ। ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਾ ਸਜਾ। ਇਹ ਧਰਮ ਦਾ ਸਰੂਪ ਹੈ। ਧਰਮ ਦੇ ਵਿੱਚ ਇਹ 10 ਨਿਸ਼ਾਨੀਆਂ ਹੁੰਦੀਆਂ ਨੇ ਤੇ ਜਿਸ ਮਹਾਂਪੁਰਖ ਦੇ, ਜਿਸ ਗੁਰਸਿੱਖ ਦੇ ਜੀਵਨ ਵਿੱਚ ਇਹ 10 ਚੀਜ਼ਾਂ ਆ ਗਈਆਂ, ਸਮਝ ਲਓ ਉਹ ਧਰਮ ਦੇ ਮਾਰਗ ਦੇ ਉੱਤੇ ਚੱਲ ਰਿਹਾ। ਖਿਮਾ, ਤਾਕਤ ਦੇ ਹੁੰਦਿਆਂ ਹੋਇਆਂ ਵੀ ਮਾਫ ਕਰ ਦੇਣਾ। ਅਹਿੰਸਾ, ਜੀਵ ਹੱਤਿਆ ਨਾ ਕਰਨਾ। ਦਇਆਵਾਨ ਹੋਣਾ, ਮਿੱਠੇ ਬਚਨ ਬੋਲਣਾ, ਸਤ ਬਚਨ ਬੋਲਣਾ। ਸਤ ਬਚਨ ਅਰਥ ਪਿਆਰੋ ਜੋਈ, ਬੁੱਧਮਾਨ ਜਨ ਭਾਖੈ ਸੋਈ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਜੋ ਗੁਰ ਦੱਸੈ ਵਾਟ, ਮੁਰੀਦਾਂ ਜੋਲੀ ਹੈ। ਜੋ ਗੁਰੂ ਨੇ ਵਾਟ ਦੱਸ ਦਿੱਤੀ, ਰਸਤਾ ਦੱਸ ਦਿੱਤਾ, ਮਾਰਗ ਦੱਸ ਦਿੱਤਾ, ਉਹ ਧਰਮ ਦੇ ਮਾਰਗ ਦੇ ਉੱਤੇ ਚੱਲਣਾ ਇਹ ਕਿਸੇ ਵੱਡਿਆਂ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕਰੋੜਾਂ ਜਨਮਾਂ ਦੇ ਜਿਹੜੇ ਕਿਲਵਿਖ ਪਾਪ ਉਹ ਉਤਰ ਜਾਂਦੇ ਆ ਜਿਨ੍ਹਾਂ ਨੇ ਹਰੀ ਦੇ ਚਰਨਾਂ ਵਿੱਚ ਚਿੱਤ ਨੂੰ ਲਾਇਆ। ਸੋ ਐਸੇ ਮਹਾਂਪੁਰਖ ਨੀਤੀਵਾਨ ਇੱਕ ਸੰਤ ਹੋਏ ਆ ਸਨਾਤਨ ਮਤ ਦੇ, ਜਿਨ੍ਹਾਂ ਨੂੰ ਸਾਰਾ ਸੰਸਾਰ ਹੀ ਉਹਨਾਂ ਦੇ ਨਾਂ ਤੋਂ ਵਾਕਿਫ ਹੈ। ਚਾਣਕਿਆ ਮੁਨੀ ਜੀ। ਆਮ ਜਦੋਂ ਕੋਈ ਬਹੁਤਾ ਘਾਗ ਸਿਆਸਤਦਾਨ ਹੋਵੇ ਨਾ ਤੇ ਆਪਾਂ ਕਹਿੰਦੇ ਆ ਵੀ ਇਹ ਤਾਂ ਚਾਣਕਿਆ ਨੀਤੀ ਖੇਡਦਾ। ਚਾਣਕਿਆ ਜੀ ਨੀਤੀ ਦੇ ਇੰਨੇ ਨਿਪੁੰਨ ਉਹ ਮਹਾਂਪੁਰਖ ਹੋਏ ਆ, ਉਹਨਾਂ ਦੇ ਨੀਤੀ ਦੇ ਬਚਨ ਬੜੇ ਬਾਕਮਾਲ ਹੈ। ਉਹ ਇੱਕ ਬਚਨ ਕਰਦੇ ਆ ਮਹਾਂਪੁਰਖਾਂ ਦੀ ਬਾਬਤ, ਕਹਿੰਦੇ ਐ ਦੁਨੀਆ ਦੇ ਲੋਕੋ, ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਦੇ ਵਿੱਚ ਸੰਤ ਹਰ ਇੱਕ ਨੂੰ ਲੱਭਦਾ ਨਹੀਂ। ਕਿਉਂਕਿ ਸੰਤ ਜਿਵੇਂ ਕਹਿੰਦੇ ਹਰੇਕ ਪਹਾੜ ਦੇ ਵਿੱਚ ਮੋਤੀ ਨਹੀਂ ਹੁੰਦਾ। ਗਿਰ ਗਿਰ ਮੈਂ ਮਾਣਕ ਨਹੀਂ, ਗਾਜ ਗਾਜ ਮੋਤੀ ਨਾਹੇ, ਚੰਦਨ ਤਰ ਬਣ ਬਣ ਨਹੀਂ, ਸੰਤ ਨਾ ਪੁਰ ਪੁਰ ਮਾਹੀ।
ਹਰੇਕ ਪਹਾੜ ਵਿੱਚ ਮਾਣਕ ਨਹੀਂ ਹੁੰਦਾ, ਹਰੇਕ ਹਾਥੀ ਦੇ ਮੱਥੇ ਦੇ ਵਿੱਚ ਮੋਤੀ ਨਹੀਂ ਹੁੰਦਾ, ਹਰੇਕ ਬਣ ਦੇ ਵਿੱਚ, ਹਰੇਕ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਨਹੀਂ ਹੁੰਦਾ। ਸੁਗੰਧੀਆਂ ਵਾਲਾ 52 ਚੰਦਨ, ਅਸਲ ਚੰਦਨ ਆ ਜਿਹੜਾ 52 ਉਂਗਲਾਂ ਦਾ ਹੁੰਦਾ, ਹਰੇਕ ਜੰਗਲ ਵਿੱਚ ਨਹੀਂ ਹੁੰਦਾ। ਇਸੇ ਤਰ੍ਹਾਂ ਹਰੇਕ ਪੁਰੀ ਵਿੱਚ, ਹਰੇਕ ਸ਼ਹਿਰ ਵਿੱਚ, ਹਰੇਕ ਨਗਰ ਵਿੱਚ ਰੱਬ ਦਾ ਪਿਆਰਾ ਪੂਰਨ ਸੰਤ ਨਹੀਂ ਹੁੰਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਪੜ੍ਹੋ, ਕਹਿੰਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਦੋ ਅਰਥ ਬਣਦੇ ਆ ਇਸ ਤੁਕ ਦੇ। ਪਹਿਲਾ ਅਰਥ ਤਾਂ ਇਹ ਹੈ ਵੀ ਕਰੋੜਾਂ ਬੰਦੇ ਇਕੱਠੇ ਕਰ ਲਓ, ਉਹਨਾਂ ਵਿੱਚੋਂ ਕੋਈ ਇੱਕ ਨਿਕਲੇਗਾ ਜਿਹਨੂੰ ਰੱਬ ਦਾ ਨਾਮ ਚੇਤੇ ਆਉਂਦਾ। ਇਹ ਅਖਰੀ ਅਰਥ ਹੈ। ਦੂਜਾ ਜੋ ਟਕਸਾਲ ਦੇ ਵਿੱਚ ਅਰਥ ਕੀਤਾ ਜਾਂਦਾ ਹੈ, ਕੋਟਨ ਮੈਂ ਨਾਨਕ ਕੋ, ਕਹਿੰਦੇ ਦੁਨੀਆ ਭਰ ਦੇ ਨਾਮ ਜਪਣ ਵਾਲੇ ਇਕੱਠੇ ਕਰ ਲਓ। ਪਹਿਲਾਂ ਤੁਸੀਂ ਨਾ ਆਮ ਮਨੁੱਖ ਇਕੱਠੇ ਕਰ ਲਓ। ਨਾਮ ਜਪਣ ਵਾਲੇ, ਉਹ ਕੋਈ ਵਾਹਿਗੁਰੂ ਕਹਿਣ ਵਾਲਾ ਵੀ ਹੋ ਸਕਦਾ ਹੈ, ਕੋਈ ਖੁਦਾ ਖੁਦਾ ਅੱਲਾ ਅੱਲਾ ਕਹਿਣ ਵਾਲਾ ਹੋ ਸਕਦਾ ਹੈ, ਕੋਈ ਰਾਮ ਨਾਮ ਭਗਵਾਨ ਕ੍ਰਿਸ਼ਨ ਦਾ ਜਾਪ ਕਰਨ ਵਾਲਾ ਹੋ ਸਕਦਾ ਹੈ, ਇਸੇ ਤਰ੍ਹਾਂ ਕੋਈ ਗੌਡ ਦਾ ਉਪਾਸ਼ਕ ਹੋ ਸਕਦਾ ਹੈ। ਨਾਮ ਜਪਣ ਵਾਲੇ ਹੋਣ ਰੱਬ ਦਾ ਕਿਸੇ ਵੀ ਤਰੀਕੇ, ਕਹਿੰਦੇ ਕਰੋੜਾਂ ਇਕੱਠੇ ਕਰ ਲਓ। ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਇੱਕ ਹੋਵੇਗਾ ਜਿਹਦੇ ਹਿਰਦੇ ਵਿੱਚ ਨਾਮ ਵਸਿਆ। ਬੋਲੋ ਸਤਨਾਮ। ਹਿਰਦੇ ਵਿੱਚ ਨਾਮ ਵਸਣਾ, ਐਸਾ ਸੰਤ। ਚਾਣਕਿਆ ਮੁਨੀ ਜੀ ਕਹਿੰਦੇ ਪਹਿਲੀ ਗੱਲ ਤਾਂ ਦੁਨੀਆ ਦੇ ਲੋਕੋ, ਦੁਨੀਆ ਵਿੱਚ ਤੁਹਾਨੂੰ ਸੰਤ ਲੱਭਣਾ ਨਹੀਂ। ਫਿਰ ਕਹਿੰਦੇ ਜੇ ਲੱਭ ਗਿਆ ਫਿਰ ਉਹਦੀ ਪਛਾਣ ਨਹੀਂ ਹੋਣੀ। ਸੰਤ ਮਿਲ ਵੀ ਗਿਆ ਨਾ, ਕਿਉਂਕਿ ਸੰਤਾਂ ਨੂੰ ਪਛਾਣਨਾ ਇਹ ਹਰੇਕ ਅੱਖ ਦੇ ਵੱਸ ਦੀ ਗੱਲ ਨਹੀਂ ਹੈ। ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ, ਦੁਨੀਆ ਕੀ ਜਾਣੇ ਫਕਰ ਕਿੱਥੇ ਆ ਬਰਾਜ ਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਲੋਕੀ ਕੀ ਜਾਣਨ ਸਾਧੂ ਸੁਤੇ ਆ ਕੇ ਜਾਣ। ਲੋਕੀ ਬੇਗਿਆਤ ਮੁੱਲ ਪਾਵਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਆਮ ਆਪਾਂ ਡਾਕਟਰਾਂ ਕੋਲ ਜਾਂਦੇ ਆ, ਬੁਖਾਰ ਚੜ੍ਹ ਜਾਂਦਾ, ਡਾਕਟਰ ਸਾਡੇ ਮੂੰਹ ਦੇ ਵਿੱਚ ਥਰਮਾਮੀਟਰ ਰੱਖ ਦਿੰਦਾ। ਉਹ ਥਰਮਾਮੀਟਰ ਆ ਨਾ ਜਿਹੜਾ, ਗੁਰਮੁਖ ਪਿਆਰਿਓ, ਉਹ ਸਿਰਫ ਸਾਡਾ ਬੁਖਾਰ, ਸਾਡਾ ਤਾਪਮਾਨ, ਸਾਡਾ ਹਰਾਰਤ ਦਰਜਾ ਡਿਗਰੀ ਦੱਸ ਸਕਦਾ ਕਿੰਨਾ ਟੈਂਪਰੇਚਰ ਹੈ। ਪਰ ਥਰਮਾਮੀਟਰ ਦੇ ਵੱਸ ਦੀ ਗੱਲ ਨਹੀਂ ਵੀ ਇਹ ਨਿਰਣਾ ਕਰਕੇ ਦੱਸ ਦੇਵੇ ਵੀ ਇਹਨੂੰ ਮਲੇਰੀਆ ਹੋਇਆ, ਇਹਨੂੰ ਡੇਂਗੂ ਹੋਇਆ, ਇਹਨੂੰ ਟੀਬੀ ਹੋਇਆ, ਕਿਹੜਾ ਬੁਖਾਰ ਹੋਇਆ। ਉਹ ਥਰਮਾਮੀਟਰ ਦੇ ਵੱਸ ਦੀ ਗੱਲ ਨਹੀਂ। ਅਸੀਂ ਸੰਤ ਦੇ ਦਰਸ਼ਨ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਪਰ ਉਹਨੂੰ ਪਛਾਣਨਾ ਸਾਡੇ ਵੱਸ ਦੀ ਗੱਲ ਨਹੀਂ ਵੀ ਪੂਰਨ ਸੰਤ ਆ ਜਾਂ ਪਖੰਡੀ ਹੈ। ਪਹਿਲੀ ਗੱਲ ਤਾਂ ਕਹਿੰਦੇ ਸੰਤ ਲੱਭਦਾ ਨਹੀਂ, ਜੇ ਲੱਭ ਗਿਆ ਤੇ ਉਹਦੀ ਪਛਾਣ ਨਹੀਂ ਹੋਣੀ। ਤੀਜਾ ਬਚਨ ਚਾਣਕਿਆ ਮੁਨੀ ਜੀ ਕਹਿੰਦੇ ਐ, ਜੇ ਕਹਿੰਦੇ ਪਛਾਣ ਲਿਆ ਤੇ ਸੰਤ ਨੇ ਜੋ ਕੁਝ ਤੁਹਾਨੂੰ ਬਖਸ਼ਣਾ ਉਹ ਤੁਹਾਡੇ ਤੋਂ ਲੈ ਨਹੀਂ ਹੋਣਾ। ਬੋਲੋ ਸਤਨਾਮ। ਸੰਤ ਉਹਦੇ ਕੋਲ ਹੈ ਕੀ, ਸੰਤ ਦਿੰਦਾ ਕੀ ਹੈ। ਸਤਿਗੁਰੂ ਦੀ ਬਾਣੀ ਦੀ ਤੁਕ ਹੈ, ਜਿਸ ਵਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਐ ਮਨੁੱਖ ਜਿਹੜੇ ਵਖਰ ਨੂੰ, ਜਿਹੜੇ ਸੌਦੇ ਨੂੰ ਖਰੀਦਣ ਵਾਸਤੇ ਤੂੰ ਇਹ ਦੁਨੀਆ ਵਿੱਚ ਆਇਆ ਨਾ, ਉਹ ਰਾਮ ਨਾਮ ਤੈਨੂੰ ਸੰਤਾਂ ਦੇ ਘਰੋਂ ਮਿਲਣਾ ਹੈ, ਸੰਤਾਂ ਦੇ ਦਰ ਤੋਂ ਮਿਲਣਾ ਹੈ। ਰਾਮ ਨਾਮ ਸੰਤਨ ਘਰ ਪਾਇਆ, ਸੰਤਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਸਾਇਆ ਹੋਇਆ ਉਹਨੂੰ। ਉਹ ਸਾਧੂਆਂ ਕੋਲੋਂ ਮਿਲਣਾ, ਉਹ ਰੱਬ ਦੇ ਪਿਆਰਿਆਂ ਕੋਲੋਂ ਮਿਲਣਾ। ਪਰ ਮਿਲੇਗਾ ਕਿਵੇਂ? ਹੁਣ ਇੱਕ ਸ਼ਰਤ ਹੈ। ਆਪਾਂ ਬਾਜ਼ਾਰ ਵਿੱਚ ਜਾਂਦੇ ਹਾਂ, ਇੱਥੋਂ ਰਾਮਾ ਮੰਡੀ ਚਲੇ ਜਾਓ, ਜਲੰਧਰ ਚਲੇ ਜਾਓ, ਕੋਈ ਚੀਜ਼ ਖਰੀਦਣੀ ਆ ਨਾ, ਕੋਈ ਸਕੂਟਰ ਖਰੀਦਣਾ ਹੈ, ਮੋਟਰਸਾਈਕਲ ਖਰੀਦਣਾ, ਗੱਡੀ ਖਰੀਦਣੀ ਹੈ, ਫਰਿੱਜ, ਕੋਈ ਵੀ ਵਸਤੂ ਖਰੀਦਣੀ ਹੈ। ਜਦੋਂ ਕੋਈ ਵਸਤੂ ਲੈਣੀ ਹੈ, ਕੁਝ ਨਾ ਕੁਝ ਹੱਥੋਂ ਛੱਡਣਾ ਪੈਣਾ ਹੈ, ਮਾਇਆ ਦੇਣੀ ਪੈਣੀ ਹੈ। ਇਸੇ ਤਰ੍ਹਾਂ ਮਤਾਂ ਭੁਲੇਖੇ ਵਿੱਚ ਰਹੋ ਵੀ ਬਾਬਾ ਨਿਹਾਲ ਸਿੰਘ ਜੀ ਦੇ ਦਰ ਦੇ ਉੱਤੇ, ਬਾਬਾ ਹਰਨਾਮ ਸਿੰਘ ਜੀ ਦੇ ਤਪ ਅਸਥਾਨ ਦੇ ਉੱਤੇ ਆ ਗਏ, ਇੱਥੇ ਮੱਥਾ ਟੇਕੇ ਹੀ ਸਭ ਕੁਝ ਮਿਲ ਜਾਣਾ। ਜਾਂ ਇੱਥੇ ਆਓ, ਜਿੰਨੀ ਦੇਰ ਤੱਕ ਬਿਜਲੀ ਨਹੀਂ ਆਉਂਦੀ ਆਪਾਂ ਸਾਰੇ ਸਤਨਾਮ ਵਾਹਿਗੁਰੂ ਦੇ ਜਾਪ ਦੇ ਵਿੱਚ ਪਿਆਰ ਨਾਲ ਸ਼ਾਮਲ ਹੋਈਏ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਜ਼ਾਰ ਦੇ ਵਿੱਚੋਂ ਕੋਈ ਵਸਤੂ ਖਰੀਦਣੀ ਹੈ, ਕੁਝ ਨਾ ਕੁਝ ਹੱਥੋਂ ਛੱਡਣਾ ਪਵੇਗਾ, ਪਦਾਰਥ ਦਾ ਮਾਇਆ ਦਾ ਉੱਥੇ ਤਿਆਗ ਕਰਨਾ ਪਵੇਗਾ। ਅਤੇ ਮਤਾ ਸਮਝਿਓ ਵੀ ਅਸੀਂ ਇੱਥੇ ਆ ਕੇ ਸਿਰਫ ਜਹਾਜ਼ ਚੜ੍ਹਾਉਣ ਦੇ ਨਾਲ ਹੀ ਖੁਸ਼ੀ ਮਿਲ ਜਾਣੀ ਹੈ। ਬਸ ਜਹਾਜ਼ ਚੜ੍ਹਾਇਆ, ਵਿਦੇਸ਼ ਦਾ ਵੀਜ਼ਾ ਲਿਆ ਅਤੇ ਸਾਡਾ ਜਨਮ ਸਫਲਾ ਹੋ ਗਿਆ, ਨਹੀਂ। ਉਹ ਤਾਂ ਅਸੀਂ ਕਿਰਤ ਕਮਾਈ ਕਰਨ ਵਾਸਤੇ ਜਾਂਦੇ ਹਾਂ ਅਤੇ ਉਹਦੀ ਵੀ ਕੋਈ ਗਰੰਟੀ ਨਹੀਂ। ਸਤਿਗੁਰੂ ਕਹਿੰਦੇ ਸੁੱਖ ਨਾਹੀ ਬਹੁ ਦੇਸ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਗੁਰੂ ਘਰ ਵਿਖੇ ਝਾੜੂ ਲਾ ਕੇ ਕਿਤੇ ਸੋਚੋ ਵੀ ਸਭ ਕੁਝ ਮਿਲ ਗਿਆ, ਨਹੀਂ। ਕੁਝ ਨਾ ਕੁਝ ਛੱਡਣਾ ਵੀ ਪਵੇਗਾ। ਬਾਜ਼ਾਰੋਂ ਵਸਤੂ ਖਰੀਦਣ ਵਾਸਤੇ ਮਾਇਆ ਛੱਡਣੀ ਪੈਂਦੀ ਹੈ। ਜੇ ਰੱਬ ਦੇ ਪਿਆਰਿਆਂ ਤੋਂ ਨਾਮ ਲੈਣਾ ਤੇ ਅਗਲੀਆਂ ਤੁਕਾਂ ਪੜ੍ਹੋ। ਜਿਸ ਵਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲੇਹੋ ਮਨ ਮੋਹ। ਅਭਿਮਾਨ ਤਜਣਾ ਪੈਣਾ, ਹਉਮੈ ਛੱਡਣੀ ਪੈਣੀ ਹੈ, ਫਿਰ ਇਹ ਰੱਬ ਦੇ ਨਾਮ ਦੀ ਪ੍ਰਾਪਤੀ ਹੋਣੀ ਹੈ। ਹਉਮੈ ਨੂੰ ਛੱਡਣਾ ਪਵੇਗਾ, ਕਿਉਂਕਿ ਦੁਨੀਆ ਵਿੱਚ ਆਪਾਂ ਬਹੁਤ ਕੁਝ ਛੱਡ ਦਿੰਦੇ ਹਾਂ। ਅਸੀਂ ਘਰ ਤਿਆਗ ਛੱਡਦੇ ਹਾਂ, ਕੋਠੀ ਛੱਡ ਸਕਦੇ ਹਾਂ, ਘਰ ਛੱਡ ਸਕਦੇ ਹਾਂ, ਬੀਵੀ ਬੱਚੇ ਛੱਡ ਸਕਦੇ ਹਾਂ, ਪਰ ਹਉਮੈ ਨੂੰ ਛੱਡਣਾ, ਹਉਮੈ ਨੂੰ ਤਿਆਗਣਾ ਇਹ ਬੜੀ ਮੁਸ਼ਕਲ ਗੱਲ ਹੈ। ਇੱਕ ਸੰਤ ਕਥਾ ਕਰਨ ਅਤੇ ਕਈਆਂ ਨੂੰ ਸੁਭਾਅ ਹੁੰਦਾ ਹੈ ਵੀ ਉਹਨਾਂ ਨੇ ਆਪਣੀ ਇੰਟਰੋਡਕਸ਼ਨ ਵਿੱਚ ਜ਼ਰੂਰ ਦੇਣੀ ਹੁੰਦੀ ਹੈ ਕਥਾ ਵਿੱਚ। ਕਹਿੰਦੇ ਗੁਰੂ ਪਿਆਰੀ ਸੰਗਤ ਜੀ ਪ੍ਰੇਮਿਓ, ਕਹਿੰਦੇ ਐਵੇਂ ਨਾ ਸਮਝੋ ਮੈਂ ਚੋਲਾ ਪਾ ਕੇ ਸਿੱਧਾ ਹੀ ਸੰਤ ਬਣ ਗਿਆ। ਮੇਰਾ ਬਹੁਤ ਚੰਗਾ ਘਰ ਸੀ, ਚੰਗੀ ਕੋਠੀ 50 ਲੱਖ ਦੀ, ਉਹਨੂੰ ਲੱਤ ਮਾਰ ਕੇ ਸਾਧ ਬਣਿਆ। ਚੰਗੀ ਘਰ ਵਾਲੀ ਸੀ, ਚੰਗੇ ਬੱਚੇ ਸੀ, ਸਭ ਕਾਸੇ ਨੂੰ ਲੱਤ ਮਾਰ ਕੇ ਸਾਧ ਬਣਿਆ। ਬੈਂਕ ਭਰੀ ਪਈ ਸੀ, ਸਾਰੀ ਮਾਇਆ ਨੂੰ ਲੱਤ ਮਾਰ ਕੇ ਸਾਧ ਬਣਿਆ। ਸੰਗਤ ਵਿੱਚ ਬੈਠਾ ਸੀ ਇੱਕ ਦੇਸੀ ਜਿਹਾ ਬਜ਼ੁਰਗ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਬਾਬਾ ਜੀ ਕੋਈ ਸ਼ੱਕ ਨਹੀਂ ਵੀ ਤੁਸੀਂ ਲੱਤ ਮਾਰੀ ਅਤੇ ਸਭ ਕੁਝ ਤਿਆਗ ਦਿੱਤਾ, ਛੱਡ ਦਿੱਤਾ, ਪਰ ਕਹਿੰਦਾ ਤੁਹਾਨੂੰ ਲੱਤ ਮਾਰਨੀ ਨਹੀਂ ਆਈ। ਜਦੋਂ ਆਹ ਗੱਲ ਸੁਣੀ ਸੰਤ ਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ। ਕਹਿੰਦਾ ਵੀ ਕਿਉਂ, ਕੀ ਖਰਾਬੀ ਹੈ, ਕੀ ਗੱਲ ਹੋਈ, ਕਿਉਂ ਨਹੀਂ ਤਿਆਗਣਾ ਆਇਆ? ਕਹਿੰਦਾ ਮੇਰੇ ਪਿੰਡ ਦੇ ਪਟਵਾਰੀ ਤੋਂ ਜਾ ਕੇ ਪੁੱਛ ਲੈ, 500 ਬਿੱਘਾ ਜ਼ਮੀਨ ਸੀ, ਸਭ ਕਾਸੇ ਨੂੰ ਲੱਤ ਮਾਰ ਕੇ ਆਇਆ। ਕਹਿੰਦਾ ਮਹਾਂਪੁਰਖੋ ਮੈਂ ਮੰਨਦਾ ਵੀ ਸਭ ਕੁਝ ਤੁਹਾਡੇ ਕੋਲ ਸੀ, ਪਰ ਲੱਤ ਮਾਰਨ ਦਾ ਚੱਜ ਨਹੀਂ ਆਇਆ, ਵੱਲ ਨਹੀਂ ਆਇਆ ਤੁਹਾਨੂੰ। ਕਹਿੰਦਾ ਕਿਉਂ, ਕੀ ਘਾਟ ਰਹੇਗੀ? ਕਹਿੰਦਾ ਤੁਸੀਂ ਲੱਤ ਤਾਂ ਮਾਰੀ, ਪਰ ਸਭ ਕੁਝ ਤੁਹਾਡੀ ਲੱਤ ਦੇ ਨਾਲ ਚਿੰਬੜਿਆ ਹੀ ਰਹਿ ਗਿਆ। ਬੋਲੋ ਸਤਨਾਮ। ਲੱਤ ਤਾਂ ਮਾਰੀ, ਪਰ ਤੁਸੀਂ ਸਟੇਜਾਂ ਦੇ ਉੱਤੇ ਦੱਸਦੇ ਫਿਰਦੇ ਹੋ ਉਹ ਤੁਹਾਡੀ ਲੱਤ ਦੇ ਨਾਲ ਹੀ ਚਿੰਬੜਿਆ ਫਿਰਦਾ ਹੈ। ਸਤਿਗੁਰੂ ਦੀ ਬਾਣੀ ਇਹਨੂੰ ਕਹਿੰਦੀ ਹੈ, ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਹਉਮੈ ਦਾ ਤਿਆਗ ਕਰੇ ਬਿਨਾ ਕਾਹਦਾ ਤਿਆਗੀ ਹੈ। ਸੇਵਾ ਵੀ ਕਰਦਾ ਹੈ, ਅਖੰਡ ਪਾਠ ਵੀ ਕਰਾਉਣਾ ਹੈ, ਸੰਤਾਂ ਨੂੰ ਗੁਰਸਿੱਖਾਂ ਨੂੰ ਘਰੇ ਵੀ ਲੈ ਕੇ ਜਾਣਾ, ਜਲ ਪਾਣੀ ਵੀ, ਸੋਹਣੀ ਲੋਈ ਵੀ ਭੇਟ ਕਰਦਾ, ਸਰੋਪਾ ਵੀ ਭੇਟ ਕਰਦਾ ਹੈ, ਚੰਗੇ ਵਸਤਰ ਵੀ ਭੇਟ ਕਰਦਾ ਹੈ। ਪਰ ਜੇ ਦੁਨੀਆ ਦੇ ਲੋਕਾਂ ਕੋਲੇ ਚਿੱਥਦਾ ਫਿਰਿਆ, ਕਹਿੰਦਾ ਫਿਰਿਆ,
ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਹਾਥੀ ਦਾ ਇਸ਼ਨਾਨ ਕੀਤਾ ਵਿਅਰਥ ਜਾਂਦਾ ਨਾ, ਫਿਰ ਚਿੱਕੜ ਪਾ ਲੈਂਦਾ ਉੱਤੇ। ਸਭ ਕੁਝ ਕਰਦਾ, ਫਿਰ ਜੇ ਹਉਮੈ ਦਾ ਤਿਆਗ ਨਹੀਂ ਕੀਤਾ ਨਾ, ਉਹ ਕੁੰਚਰ ਦੇ ਹਾਥੀ ਦੇ ਇਸ਼ਨਾਨ ਵਾਂਗੂ ਵਿਅਰਥ ਜਾਏਗਾ, ਫਿਰ ਨਹੀਂ ਪ੍ਰਾਪਤੀ। ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਰੱਬ ਦੇ ਪਿਆਰੇ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਆ। ਗੁਰੂ ਕੀ ਬਾਣੀ ਕਹਿੰਦੀ ਹੈ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਜੀਵਨ ਦਾਨ ਦਿੰਦੇ ਆ, ਭਗਤੀ ਵਾਲੇ ਮਾਰਗ ਦੇ ਉੱਤੇ ਤੋਰ ਦਿੰਦੇ ਆ, ਆਪ ਭਗਤੀ ਦੇ ਮਾਰਗ ਤੇ ਚੱਲਦੇ ਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਉਸ ਰਸਤੇ ਦੇ ਉੱਤੇ ਤੋਰਦੇ ਆ ਜੀਵਨ। ਸਤਿਗੁਰੂ ਦੀ ਬਾਣੀ ਕਹਿ ਰਹੀ ਹੈ, ਜਨਮ ਮਰਨ ਦੁਹੂ ਐ ਮੈਂ ਨਾਹੀ। ਨਾ ਉਹਨਾਂ ਦਾ ਜਨਮ ਹੁੰਦਾ, ਨਾ ਉਹਨਾਂ ਦੀ ਮੌਤ ਹੁੰਦੀ ਹੈ। ਤੇ ਆਪਾਂ ਬਰਸੀਆਂ ਵੀ ਮਨਾਉਂਦੇ ਆ ਤੇ ਜਨਮ ਦਿਨ ਵੀ ਮਨਾਉਂਦੇ ਆ। ਫਿਰ ਗੁਰੂ ਕੀ ਬਾਣੀ ਝੂਠੀ ਹੋਈ ਕਿ ਆਪਾਂ ਝੂਠੇ ਹੋਏ? ਹੁਣ ਇਸ ਭੇਦ ਨੂੰ ਜੇ ਸਮਝਣਾ ਹੈ, ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰਬਾਣੀ ਉੱਤਰ ਦੇਊਗੀ ਇਹਦਾ। ਕੋਈ ਗਿਆਨੀ ਉੱਤਰ ਨਹੀਂ ਦੇ ਸਕਦਾ, ਕੋਈ ਰਾਗੀ ਉੱਤਰ ਨਹੀਂ ਦੇ ਸਕਦਾ। ਸਤਿਗੁਰੂ ਤੋਂ ਪੁੱਛੀਏ। ਸਤਿਗੁਰੂ ਸਾਹਿਬ ਜੀ ਦੇ ਵਿੱਚ ਇੱਕ ਹੋਰ ਤੁਕ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ, ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਜਨਮ ਤੋਂ ਪਹਿਲਾਂ ਮਾਤਾ ਦੇ ਪੇਟ ਦੇ ਵਿੱਚ ਨਿੰਮਦਾ ਹੈ ਬੱਚਾ। ਕ੍ਰੀਏਟਰ ਜਿਹੜਾ ਵਿਧਾਤਾ ਹੈ, ਉਹ ਸਾਡਾ ਕੰਸਟਰਕਸ਼ਨ ਕਰਦਾ ਹੈ, ਕਿਉਂਕਿ ਨਵਾਂ ਤਾਂ ਕੁਝ ਨਹੀਂ ਆਇਆ ਨਾ। ਪੰਜ ਤੱਤ ਕੋ ਤਨ ਰਚਿਓ। ਪੰਜ ਤੱਤ ਪਹਿਲਾਂ ਹੀ ਮੌਜੂਦ ਹੈ ਸ੍ਰਿਸ਼ਟੀ ਵਿੱਚ। ਉਹਨਾਂ ਦੀ ਅਸੈਂਬਲੀ ਕਰਦਾ ਵਾਹਿਗੁਰੂ ਮਾਤਾ ਦੇ ਪੇਟ ਦੇ ਵਿੱਚ। ਨਵੀਂ ਚੀਜ਼ ਨਹੀਂ ਕੋਈ ਆਉਂਦੀ। ਜਦੋਂ ਜਾਂਦਾ ਮਨੁੱਖ, ਪੰਜੇ ਤੱਤ ਇੱਥੇ ਹੀ ਮਿਲ ਜਾਂਦੇ ਆ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਏ। ਮਾਟੀ ਮਾਟੀ ਹੋਈ ਇੱਕ, ਮਿੱਟੀ ਮਿੱਟੀ ਵਿੱਚ ਰਲ ਗਈ, ਅਗਨੀ ਅਗਨੀ ਵਿੱਚ ਰਲ ਗਈ, ਹਵਾ ਹਵਾ ਵਿੱਚ। ਪੰਜੇ ਤੱਤ ਰਲ ਜਾਂਦੇ ਆ ਨਾ। ਸਤਿਗੁਰੂ ਜੀ ਕਹਿੰਦੇ, ਜਿਨ ਰਚ ਰਚਿਆ ਪੁਰਖ ਵਿਧਾਤਾ ਹੈ, ਨਾਲੇ ਹਉਮੈ ਪਾਈ। ਜਦੋਂ ਵਾਹਿਗੁਰੂ ਨੇ ਰਚਨਾ ਰਚੀ ਆ ਨਾ ਇਹ ਸਰੀਰ ਦੀ, ਨਾਲ ਕਹਿੰਦੇ ਹਉਮੈ ਵੀ ਵਿੱਚ ਪਾ ਦਿੱਤੀ। ਮਾਤਾ ਦੇ ਪੇਟ ਦੇ ਵਿੱਚ 6 ਮਹੀਨਿਆਂ ਦੇ ਵਿੱਚ ਬੱਚੇ ਦੇ ਸਰੀਰ ਦਾ ਨਿਰਮਾਣ ਹੁੰਦਾ ਹੈ। 9 ਮਹੀਨਿਆਂ ਦੇ ਵਿੱਚ ਦਿਮਾਗ ਦਾ ਵਿਕਾਸ ਹੁੰਦਾ ਹੈ ਤੇ 6 ਮਹੀਨਿਆਂ ਵਿੱਚ ਬੱਚੇ ਦੀ ਕੰਪਲੀਟ ਬਾਡੀ ਬਣਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਨ ਰਚ ਰਚਿਆ ਪੁਰਖ ਵਿਧਾਤੇ। ਸਤਿਗੁਰੂ ਦੀ ਬਾਣੀ ਨੇ ਦੱਸਿਆ ਏ, ਗੰਢੇਂਦਿਆਂ 6 ਮਾਹ, ਤੁੜੰਦਿਆਂ ਹਿੱਕ ਖਿਨੋ। 6 ਮਹੀਨੇ ਲੱਗ ਜਾਂਦੇ ਆ ਸਰੀਰ ਨੂੰ ਗੰਢਦਿਆਂ, ਜਿੱਦਣ ਟੁੱਟਦਾ ਉਦਣ ਪਲ ਵੀ ਨਹੀਂ ਲੱਗਦਾ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਕਹਿੰਦੇ ਇੱਕ ਚੀਜ਼ ਨਾਲ ਪਾ ਦਿੱਤੀ ਰੱਬ ਨੇ, ਉਹ ਕੀ ਪਾਇਆ? ਉਹ ਪਾ ਦਿੱਤੀ ਹਉਮੈ। ਸਤਿਗੁਰੂ ਨੇ ਬਾਣੀ ਵਿੱਚ 2 ਰੋਗਾਂ ਨੂੰ ਵੱਡੇ ਆਖਿਆ। ਇੱਕ ਤਾਂ ਆਖਿਆ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸਮਾਏ। ਇੱਕ ਕਹਿੰਦੇ ਆ ਗੁਰੂ ਅਮਰਦਾਸ ਜੀ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਹੋਰ ਕਿਸੇ ਰੋਗ ਨੂੰ ਵੱਡਾ ਨਹੀਂ ਆਖਿਆ। ਕਿਉਂ ਵੱਡਾ ਆਖਿਆ? ਕਿਉਂਕਿ ਤ੍ਰਿਸ਼ਨਾ ਜਿਹੜੀ ਹੈ ਇਹ ਜਨਮ ਵੇਲੇ ਸ਼ੁਰੂ ਹੁੰਦੀ ਆ, ਸਾਰੀ ਉਮਰ ਵੱਧਦੀ ਜਾਂਦੀ ਹੈ, ਇਸ ਕਰਕੇ ਇਹ ਵੱਡਾ ਰੋਗ ਹੈ। ਤੇ ਹਉਮੈ ਜਿਹੜੀ ਉਹ ਮਾਤਾ ਦੇ ਪੇਟ ਵਿੱਚ ਰੋਗ ਲੱਗਿਆ ਹੋਇਆ ਸਾਨੂੰ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਰੋਗ ਜਮਾਂਦਰੂ ਹੋਵੇ, ਮਾਤਾ ਦੇ ਪੇਟ 'ਚ ਲੱਗ ਜਾਵੇ, ਉਹਨੂੰ ਦੁਨੀਆ ਦੇ ਡਾਕਟਰ ਛੇਤੀ ਕੀਤਿਆਂ ਠੀਕ ਨਹੀਂ ਕਰ ਸਕਦੇ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਇਹ ਹਉਮੈ ਵੀ ਵਿੱਚ ਪਾ ਦਿੱਤੀ ਤੇ ਹਉਮੈ ਵੱਧਦੀ ਰਹਿੰਦੀ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉਮੈ ਵਿੱਚ ਹੀ ਆਉਂਦੇ ਆ, ਹਉਮੈ ਵਿੱਚ ਜਾਂਦੇ ਆ। ਜਾਂ ਟਕਸਾਲੀ ਅਰਥ ਜਿਹੜਾ ਇਹਦਾ ਬਣਦਾ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ। ਕਹਿੰਦੇ ਜਿਸ ਤੇਰੇ ਕਾਰਜ ਦੇ ਵਿੱਚ ਹਉ ਆ ਗਿਆ, ਹਉ ਵਿੱਚ ਆਇਆ, ਕਹਿੰਦੇ ਉਹ ਕਾਰਜ ਦਾ ਜਿਹੜਾ ਫਲ ਮਿਲਣਾ ਨਾ, ਉਹ ਤੈਨੂੰ ਨਹੀਂ ਮਿਲਣਾ। ਹਉ ਵਿੱਚ ਗਿਆ, ਹਉਮੈ ਦੇ ਵਿੱਚ ਹੀ ਚਲਿਆ ਜਾਵੇਗਾ। ਸੋ ਇਹ ਹਉਮੈ ਵੱਡਾ ਰੋਗ ਹੈ। ਜਦੋਂ ਮਨੁੱਖ ਦਾ ਸਰੀਰ ਨਿਰਮਾਣ ਹੋਇਆ, ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ। ਸਤਿਗੁਰੂ ਜੀ ਕਹਿੰਦੇ ਜਨਮ ਮਰਨ ਉਸ ਹੀ ਕੋ ਹੈ ਰੇ। ਹੁਣ ਇਸ ਗੱਲ ਦਾ ਉੱਤਰ ਹੈ ਵੀ ਸਾਧੂ ਜੰਮਦਾ ਮਰਦਾ ਕਿਉਂ ਨਹੀਂ?
ਜਨਮ ਮਰਨ ਦੁਹੂ ਹੋਏ ਮੈਂ ਨਾਹੀ। ਕਿਉਂ ਨਹੀਂ ਜਨਮ ਤੇ ਮਰਨ ਵਿੱਚ? ਕਿਉਂਕਿ ਜੰਮਣ ਮਰਨ ਉਸ ਹੀ ਕੋ ਹੈ ਰੇ ਓਹਾ ਆਵੈ ਜਾਈ। ਜਨਮ ਮਰਨ ਤਾਂ ਹਉਮੈ ਦਾ, ਹਉਮੈ ਹੰਕਾਰ ਦਾ, ਉਹੀ ਆਉਂਦੀ ਜਾਂਦੀ ਹੈ। ਤੇ ਰੱਬ ਦਾ ਪਿਆਰਾ ਸੰਤ ਉਹ ਹੁੰਦਾ ਜਿਹਦੇ ਵਿੱਚ ਹਉਮੈ ਨਹੀਂ ਹੁੰਦੀ। ਬੋਲੋ ਸਤਨਾਮ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਆ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਭਾਵੇਂ ਕਿ ਸਾਨੂੰ ਦੁਨਿਆਵੀ ਤੌਰ ਤੇ ਕਹਿਣਾ ਪਵੇਗਾ ਕਿ ਸੰਤ ਬਾਬਾ ਨਿਹਾਲ ਸਿੰਘ ਜੀ 1860 ਬਿਕਰਮੀ ਦੇ ਵਿੱਚ ਪਿਤਾ ਸਰਦਾਰ ਗਹਿਲ ਸਿੰਘ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਔਰ 85 ਸਾਲ ਦੀ ਆਰਜਾ ਭੋਗ ਕੇ 1909 ਬਿਕਰਮੀ ਦੇ ਵਿੱਚ ਉਹਨਾਂ ਦੀ ਸਮਾਈ ਹੋਈ ਆ ਵਾਹਿਗੁਰੂ ਵਿੱਚ। ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ 1884 ਵਿੱਚ ਸਰਦਾਰ ਮੁਸੰਦਾ ਸਿੰਘ ਦੇ ਘਰ ਉਹਨਾਂ ਦਾ ਜਨਮ ਹੋਇਆ ਔਰ 1984 ਬਿਕਰਮੀ ਸੰਮਤ ਦੇ ਵਿੱਚ, ਬਿਕਰਮੀ ਸੰਮਤ ਸਮਝੋ 57 ਸਾਲਾਂ ਦਾ ਫਰਕ ਹੁੰਦਾ ਬਿਕਰਮੀ ਸੰਮਤ ਦਾ ਤੇ ਈਸਵੀ ਸਨ ਦਾ। ਈਸਵੀ ਸਨ ਬਣਾਉਣਾ ਤਾਂ ਇਹਦੇ ਵਿੱਚੋਂ 57 ਵਰੇ ਮਾਈਨਸ ਕਰ ਲਓ। 100 ਸਾਲ ਦੀ ਆਰਜਾ ਭੋਗ ਕੇ ਉਹ ਦੁਨਿਆਵੀ ਤੌਰ ਤੇ ਗਏ, ਪਰ ਉਹ ਸਾਡੇ ਵਿੱਚ ਮੌਜੂਦ ਆ। ਉਹਨਾਂ ਦੀਆਂ ਬਖਸ਼ਿਸ਼ਾਂ ਅੱਜ ਵੀ ਵਰਤ ਰਹੀਆਂ। ਇਸ ਕਰਕੇ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਅਦਾਨ ਦੇ ਭਗਤੀ ਲਾਇਨ, ਹਰ ਸੋ ਲੈਨ ਮਿਲਾਏ। ਕੋਟਾਨ ਕੋਟ ਨਮਸਕਾਰ ਐਸੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਦੀ ਬਾਬਤ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਹਿ ਦਿੱਤਾ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਕੋਟਾਨ ਕੋਟ ਸ਼ੁਕਰ ਰਹਿਮਤਾਂ ਦੇ ਦਾਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਆਪ ਵਿਚਾਰ ਬਖਸ਼ੀ। ਕੋਟਾਨ ਕੋਟ ਧੰਨਵਾਦ ਪ੍ਰਬੰਧਕਾਂ ਦਾ, ਸਮੂਹ ਸੰਗਤਾਂ ਦਾ। ਹੋਈਆਂ ਭੁੱਲਾਂ ਦੀ ਖਿਮਾ, ਗੁਰ ਫਤਿਹ ਦੀ ਸਾਂਝ ਗੱਜ ਵੱਜ ਕੇ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।